आप लिहो तुम कथा सुधारी। सतनाम श्री वाहिगुरु साहिब जी। दोहरा इस प्रकार श्री सतगुरु केतक दिवस बिताए, पावस मास सो भाद्रपद आवत पहा सुखदाय। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਇਕਾਗਰ ਕਰੀਏ, ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਕਰਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਜਿੱਥੇ ਨਾਮ ਬਾਣੀ ਨਾਲ ਸੇਵਾ ਸਿਮਰਨ ਨਾਲ ਸੰਗਤਾਂ ਨੂੰ ਜੋੜਦੇ ਹਨ। ਉੱਥੇ ਸੂਰਬੀਰਤਾ ਦਾ ਸੰਚਾਰ ਕਰਨ ਲਈ ਸ਼ਸਤਰਧਾਰੀ ਹੋਣ ਦਾ ਉਪਦੇਸ਼ ਵੀ ਦਿੰਦੇ ਹਨ। ਨਿਤਾ ਪ੍ਰਤੀ ਸ਼ਿਕਾਰ ਖੇਡਣਾ, ਘੋੜਸਵਾਰੀ ਕਰਨੀ, ਗੱਤਕਾ ਖੇਡਣਾ, ਜੰਗੀ ਕਰਤੱਵ ਮਹਾਰਾਜ ਸਿੱਖਾਂ ਨੂੰ ਸਿਖਾਉਂਦੇ ਹਨ, ਤਾਂ ਕਿ ਜੰਗ ਦੇ ਮੈਦਾਨ ਵਿੱਚ ਗੁਰੂ ਕੇ ਸਿੱਖ ਨਿਰਭੈ ਹੋ ਕੇ ਵਿਚਰ ਸਕਣ। ਸੋ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਗੁਰਧਾਮਾਂ ਦੀ ਯਾਤਰਾ 'ਤੇ ਵੀ ਚਲੇ ਜਾਂਦੇ ਆ ਸ਼ਿਕਾਰ ਦੇ ਬਹਾਨੇ। ਕਦੀ ਬਾਸਰ ਕੇ ਚਲੇ ਗਏ, ਕਦੀ ਜਾ ਕੇ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਦਰਸ਼ਨ ਕੀਤੇ, ਕਦੀ ਵਡਾਲੀ ਛਾਟਾ ਸਾਹਿਬ ਜਾ ਹਾਜ਼ਰੀਆਂ ਭਰੀਆਂ। ਇਲਾਕੇ ਪਿੰਡਾਂ ਵਿੱਚ ਚਰਨ ਪਾ ਪਾ ਕੇ ਸਤਿਗੁਰੂ ਧਰਤੀ ਨੂੰ ਵੀ ਪਵਿੱਤਰ ਕਰਦੇ ਹਨ। ਆਓ ਇਹ ਕਥਾ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਸੁਣੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਗੁਰੂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਕੇਤਕ ਦਿਵਸ ਬਿਤਾਏ, ਕੁਝ ਸਮਾਂ ਸ੍ਰੀ ਅੰਮ੍ਰਿਤਸਰ ਵਿੱਚ ਬਤੀਤ ਕੀਤਾ ਹੈ। ਪਾਵਸ ਮਾਸ ਸੋ ਭਾਦਰਪਦ ਸੋ ਵਰਖਾ ਦੀ ਰੁੱਤ ਵਿੱਚ ਮਹੀਨਾ ਭਾਦਰੋਂ ਦਾ ਆ ਗਿਆ ਹੈ। ਆਵਤ ਪਾ ਸੁਖਦਾਏ। ਇਹ ਬੜਾ ਸੋਹਣਾ ਮੌਸਮ ਆਇਆ ਹੈ। ਮੀਂਹ ਕਣੀ ਪਿਆ ਤੇ ਫਿਰ ਹਟ ਗਿਆ। ਸਾਉਣ ਤੋਂ ਬਾਅਦ ਫਿਰ ਭਾਦਰੋਂ ਦਾ ਮਹੀਨਾ ਲੱਗਾ ਹੈ। ਚੌਪਈ ਇੱਕ ਦਿਨ ਬੈਠੇ ਕਿਰਪਾ ਨਿਧਾਨਾ, ਇੱਕ ਦਿਨ ਕਿਰਪਾ ਨਿਧਾਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੈਠੇ ਸਨ। ਬ੍ਰਿੰਦ ਮਸੰਦਨ ਸੰਗ ਬਖਾਨਾ, ਆਪ ਮਸੰਦਾਂ ਨਾਲ ਸਤਿਗੁਰੂ ਇਸ ਤਰ੍ਹਾਂ ਬਚਨ ਕੀਤਾ। ਮਸੰਦਾਂ ਨੂੰ ਕਹਿਣ ਲੱਗੇ, ਲਿਖੋ ਹੁਕਮਨਾਮੇ ਸਭ ਥਾਨ। ਮਹਾਰਾਜ ਕਹਿੰਦੇ ਭਾਈ ਗੁਰੂ ਕੇ ਵੱਲੋਂ, ਗੁਰੂ ਦਰਬਾਰ ਵੱਲੋਂ ਸੰਗਤਾਂ ਨੂੰ ਹੁਕਮਨਾਮਾ ਭੇਜੋ। ਸਾਡਾ ਹੁਕਮਨਾਮਾ ਸਾਡੇ ਵੱਲੋਂ ਸਾਡੀਆਂ ਸਾਰੀਆਂ ਸੰਗਤਾਂ ਨੂੰ ਭੇਜੋ। ਜਹ ਸਿੱਖ ਸੰਗਤ ਅਹ ਮਹਾਨ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ, ਪਿੰਡਾਂ ਵਿੱਚ, ਸ਼ਹਿਰਾਂ 'ਚ, ਨਗਰਾਂ 'ਚ, ਮਾਝੇ, ਮਾਲਵੇ, ਦੁਆਬੇ, ਲੰਮੇ ਦੇਸ਼, ਨੱਕੇ ਦੇਸ਼, ਪੋਠੋਹਾਰ, ਧੰਨੀ ਘੇਪ, ਇਸੇ ਤਰ੍ਹਾਂ ਦੂਰ ਦੂਰ ਤਾਈਂ ਗੁਰੂ ਕੀ ਸੰਗਤ ਫੈਲੀ ਹੋਈ ਹੈ। ਤੀਰਥ ਤਰਨ ਤਾਰਨ ਚੱਲ ਆਵੈ, ਸਾਰੀ ਸੰਗਤ ਨੂੰ ਕਹੋ ਵੀ ਐਤਕੀ ਭਾਦਰੋਂ ਦੀ ਮੱਸਿਆ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸ੍ਰੀ ਤਰਨਤਾਰਨ ਸਾਹਿਬ ਮਨਾਉਣੀ ਹੈ। ਸਾਰੀਆਂ ਸੰਗਤਾਂ ਤਰਨਤਾਰਨ ਆਉਣ। ਸਾਰੀਆਂ ਭਾਦਰੋਂ ਦੇ ਮਹੀਨੇ ਦੀ ਮੱਸਿਆ ਵੱਡੀ ਲੱਗਦੀ ਹੈ। ਵੈਸੇ ਤਰਨਤਾਰਨ ਸਾਹਿਬ ਹਰ ਮਹੀਨੇ ਮੱਸਿਆ ਲੱਗਦੀ ਹੈ। ਇਹ ਗੁਰੂ ਸਾਹਿਬਾਂ ਨੇ ਸ਼ੁਰੂ ਕੀਤੀ ਹੋਈ। ਅੱਜ ਕੱਲ੍ਹ ਜਿਹੜੇ ਨਵੇਂ ਜੰਮੇ ਕਹਿੰਦੇ ਮੱਸਿਆ ਭਾਦਰੋਂ ਪੂਰਨਮਾਸ਼ੀ ਸੰਗਰਾਂਦ ਇਹ ਬਾਹਮਣਾਂ ਦੀਆਂ ਹਨ। ਸਾਧ ਸੰਗਤ ਜੀ ਸਾਰਾ ਕੁਝ ਬਾਹਮਣਾਂ ਨੂੰ ਦੇ ਦਿਆਂਗੇ, ਸਾਡੇ ਕੋਲ ਕੀ ਰਹੇਗਾ? ਬਾਹਮਣ ਹੁਣ ਉਸ ਦਿਨ ਕੋਈ ਪੂਜਾ ਪਾਠ ਕਰਦੇ ਆ ਤੇ ਸਾਨੂੰ ਉਹਦੇ ਨਾਲ ਕੀ ਐਲਰਜੀ ਹੈ? ਅਸੀਂ ਵੀ ਆਪਣੇ ਗੁਰੂ ਦਾ ਪਰਮੇਸ਼ਰ ਦਾ ਨਾਮ ਜਪ ਸਕਦੇ ਹਾਂ। ਪਰਮੇਸ਼ਰ ਸਾਰਿਆਂ ਦਾ ਸਾਂਝਾ ਹੈ। ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਆਪਾਂ ਮੱਸਿਆ ਵਾਲੇ ਦਿਨ ਪ੍ਰਸ਼ਾਦਾ ਨਹੀਂ ਛਕਣਾ। ਮੱਸਿਆ ਵਾਲੇ ਦਿਨ ਆਪਾਂ ਪਾਣੀ ਨਹੀਂ ਪੀਂਦੇ, ਤੇ ਜੇ ਪਾਣੀ ਪੀ ਸਕਦੇ ਹਾਂ, ਰੋਟੀ ਖਾ ਸਕਦੇ ਹਾਂ, ਤੇ ਕੀਰਤਨ ਕਥਾ ਨਹੀਂ ਕਰ ਸਕਦੇ। ਕਿਹੜਾ ਚੱਕਰ ਪਿਆ ਹੋਇਆ? ਐਵੇਂ ਹੀ ਬਿਨਾਂ ਮਤਲਬ ਦੇ ਅਸੀਂ ਫੋਕਟ ਜੀਆਂ ਗੱਲਾਂ, ਬੇਕਾਰ ਜੀਆਂ ਗੱਲਾਂ 'ਚ ਉਲਝੇ ਹੋਏ ਆ। ਗੁਰੂ ਸਾਹਿਬਾਂ ਨੇ ਇਹਨਾਂ ਦਿਨਾਂ ਦਿਹਾੜਿਆਂ 'ਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਪੂਰਨਮਾਸ਼ੀ ਹੋਵੇ, ਮੱਸਿਆ ਹੋਵੇ, ਸੰਗਰਾਂਦ ਹੋਵੇ, ਉਹਨਾਂ ਦਿਨਾਂ 'ਚ ਛੁੱਟੀ ਉਹਨਾਂ ਦਿਨਾਂ 'ਚ ਹੀ ਹੁੰਦੀ ਸੀ।
ਅੱਜ ਕੱਲ੍ਹ ਤੇ ਵੀਕਐਂਡ ਤੇ ਆਪਾਂ ਐਤਵਾਰ ਨੂੰ ਸੰਡੇ ਨੂੰ ਦੀਵਾਨ ਕਰਦੇ ਹਾਂ, ਕਿਉਂਕਿ ਸਾਰਿਆਂ ਨੂੰ ਛੁੱਟੀ ਵੀਕਐਂਡ ਤੇ ਹੁੰਦੀ ਹੈ। ਉਹਨਾਂ ਦਿਨਾਂ 'ਚ ਕੰਮਕਾਰ ਤੋਂ ਲੋਕ ਪੂਰਨਮਾਸ਼ੀ ਨੂੰ, ਮੱਸਿਆ ਨੂੰ, ਸੰਗਰਾਂਦ ਨੂੰ ਛੱਡ ਕੇ ਮੰਦਰਾਂ, ਗੁਰਦੁਆਰਿਆਂ, ਮਸੀਤਾਂ 'ਚ ਜਾ ਕੇ ਰੱਬ ਨੂੰ ਯਾਦ ਕਰਦੇ ਸੀ। ਤਾਂ ਗੁਰੂ ਸਾਹਿਬ ਕਹਿੰਦੇ ਵੀ ਭਾਈ ਭਾਦਰੋਂ ਦੀ ਮੱਸਿਆ ਤਰਨਤਾਰਨ ਸਾਹਿਬ ਲਾਉਣੀ ਹੈ, ਸਾਰੀਆਂ ਸੰਗਤਾਂ ਤਰਨਤਾਰਨ ਸਾਹਿਬ ਆਉਣ। ਹਾਂਜੀ, ਦਿਵਸ ਦਰਸ਼ ਕੇ ਦਰਸ਼ਨ ਪਾਵੈ। ਮੱਸਿਆ ਦਾ ਦਿਹਾੜਾ ਜਿਹੜਾ ਹੈ ਐਤਕੀ ਭਾਦਰੋਂ ਦਾ, ਉਹ ਤਰਨਤਾਰਨ ਸਾਹਿਬ ਆਵੇ ਸਾਰੀ ਸੰਗਤ, ਉੱਥੇ ਮੇਲਾ ਲੱਗੇਗਾ। ਕਰਹਿ ਇਸ਼ਨਾਨ ਲਹੈ ਫਲ ਚਾਰ। ਜਿਹੜਾ ਵੀ ਤਰਨਤਾਰਨ ਸਾਹਿਬ ਸਰੋਵਰ ਇਸ਼ਨਾਨ ਕਰੇਗਾ, ਧਰਮ, ਅਰਥ, ਕਾਮ, ਮੋਕਸ਼ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਸੁਨਿਓ ਮਸੰਦਨ ਲਿਖੇ ਸਧਾਰ। ਮਹਾਰਾਜ ਸਾਹਿਬ ਦਾ ਹੁਕਮਨਾਮਾ ਸੰਗਤਾਂ ਦੇ ਵੱਲ ਮਸੰਦਾਂ ਨੇ ਲਿਖ ਕੇ ਭੇਜ ਦਿੱਤਾ। ਭਾਦਰੋਂ ਵਦ ਦਸਵੀਂ ਜਬ ਆਈ। ਸਾਧ ਸੰਗਤ ਜੀ, ਮੱਸਿਆ ਤੋਂ 5 ਦਿਨ ਪਹਿਲਾਂ ਦਸਵੀਂ ਵਾਲੇ ਦਿਨ ਸ਼੍ਰੀ ਸਤਿਗੁਰ ਤਿਆਰੀ ਕਰਵਾਈ। ਗੁਰੂ ਸਾਹਿਬ ਨੇ ਤਿਆਰੀ ਕਰਵਾ ਲਈ, ਕਿਉਂਕਿ ਮੇਲਾ ਲੱਗਣਾ, ਪਹਿਲਾਂ ਜਾਣਾ ਪੈਂਦਾ 2-4 ਦਿਨ। 5 ਦਿਨ ਪਹਿਲਾਂ ਗੁਰੂ ਜੀ ਨੇ ਦਸਵੀਂ ਵਾਲੇ ਦਿਨ ਭਾਦਰੋਂ ਵਧੀ ਦਸਵੀਂ ਨੂੰ ਤਿਆਰੀ ਕਰਾ ਲਈ ਹੈ। ਸਭ ਪਰਿਵਾਰ ਸਾਥ ਭਾ ਤਿਆਰ। ਨਾਲ ਆਪਣਾ ਪਰਿਵਾਰ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਬਾਂਹ ਦੇਵੀ ਜੀ ਅਤੇ ਸਾਰਾ ਪਰਿਵਾਰ ਉਹ ਨਾਲ ਤਿਆਰ ਹੋ ਗਿਆ। ਤੀਰਥ ਕਰਨ ਇਸ਼ਨਾਨ ਉਦਾਰ। ਤੀਰਥ ਬੜਾ ਮਹਾਨ ਹੈ ਸ੍ਰੀ ਤਰਨਤਾਰਨ ਸਾਹਿਬ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਹ ਪਲਾਸੂਰ ਤੇ ਹੋਰ ਪਿੰਡਾਂ ਦੀ ਜ਼ਮੀਨ ਖਰੀਦ ਕੇ 1,57,000 ਰੁਪਈਆ ਖਰਚ ਕੀਤਾ ਸੀ। ਜ਼ਮੀਨ ਖਰੀਦੀ ਸੀ 2-3 ਪਿੰਡਾਂ ਦੀ, ਤੇ ਇੱਥੇ ਤਰਨਤਾਰਨ ਸਾਹਿਬ ਸਰੋਵਰ ਬਣਾਇਆ ਸੀ। ਇਹਦੇ ਦਰਸ਼ਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਪਰਿਵਾਰ ਸਮੇਤ ਚੱਲੇ ਹਨ। ਚੜ ਦਮੋਦਰੀ ਸਯੰਦਨ ਮਾਹੀ। ਪੂਜਨੀਕ ਮਾਤਾ ਦਮੋਦਰੀ ਜੀ ਗੁਰੂ ਕੇ ਵੱਡੇ ਮਹਿਲ, ਉਹ ਰੱਥ ਤੇ ਸਵਾਰ ਹੋਏ ਹਨ। ਅਪਰ ਨਾਨਕੀ ਚੱਲੀ ਮਰਵਾਹੀ। ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਵੀ ਨਾਲ ਚੱਲੇ ਹਨ। ਸੁਨਖਾ ਖੇਮ ਕੋਇਰ ਚੜ ਡੋਰੇ। ਮਾਤਾ ਮਰਵਾਈ ਦੀ ਨੂੰਹ ਹੈ ਖੇਮ ਕੌਰ, ਬਾਬਾ ਸੂਰਜਮਲ ਦੀ ਘਰ ਵਾਲੀ, ਜਿਹੜੀ ਹੁਣੇ ਵਿਆਹ ਕੇ ਲਿਆਂਦੀ ਆ ਕਰਤਾਰਪੁਰ ਤੋਂ। ਇਹ ਨਵੀਂ ਵਿਆਹੁਤਾ ਨੂੰ ਉਹਨੂੰ ਡੋਲੇ ਵਿੱਚ ਸਵਾਰ ਕੀਤਾ ਹੈ। ਸੰਗਤ ਸੰਗ ਚੱਲੀ ਬਹੁ ਔਰੇ। ਨਾਲ ਸੰਗਤਾਂ ਵੀ ਚੱਲ ਪਈਆਂ ਹੋਰ, ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਹਨ। ਗੁਰ ਤਨਜਾ ਬੀਰੋ ਬੜ ਭਾਗਨ। ਗੁਰੂ ਮਹਾਰਾਜ ਦੀ ਬੇਟੀ ਬੀਬੀ ਬੀਰੋ ਵੀ ਆਈ ਹੋਈ ਸੀ ਪੇਕੇ ਘਰ ਮਿਲਣ ਵਾਸਤੇ। ਵੱਡੇ ਭਾਗਾਂ ਵਾਲੀ ਕਹਿੰਦੇ ਇਹਨੂੰ, ਵਡਭਾਗੀ ਬੀਬੀ ਬੀਰੋ, ਕਿਉਂਕਿ ਮਹਾਰਾਜ 6ਵੇਂ ਪਾਤਸ਼ਾਹ ਦੀ ਪੁੱਤਰੀ, ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਭੂਆ ਹੋਈ ਹੈ। ਇਹਦੇ 5 ਪੁੱਤਰ ਹੋਏ ਨੇ, ਭਾਈ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੁਲਾਬ ਰਾਏ, ਗੰਗਾ ਰਾਮ। 5 ਬੜੇ ਸੂਰਮੇ ਯੋਧੇ ਭੰਗਾਣੀ ਦੇ ਜੰਗ 'ਚ ਲੜੇ ਆ। 2 ਭਰਾ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਪੁੱਤਰ ਇੱਥੇ ਸ਼ਹੀਦ ਵੀ ਹੋਏ, ਸੰਗੋ ਸ਼ਾਹ ਤੇ ਜੀਤਮਲ। ਵੱਡੇ ਭਾਗਾਂ ਵਾਲੀ ਸ਼ਹੀਦਾਂ ਦੀ ਮਾਂ, ਸ਼ਹੀਦਾਂ ਦੀ ਭੈਣ, ਗੁਰੂਆਂ ਦੀ ਪੁੱਤਰੀ, ਗੁਰੂ ਅਰਜਨ ਦੇਵ ਜੀ ਦੀ ਪੋਤਰੀ ਬੀਬੀ ਬੀਰੋ, ਇਹਨੂੰ ਤਾਂ ਵੱਡੇ ਭਾਗਾਂ ਵਾਲਾ ਕਹਿੰਦੇ ਆ। ਦਾਦਾ ਵੀ ਗੁਰੂ ਸੀ, ਪੜਦਾਦਾ ਵੀ ਗੁਰੂ ਸੀ, ਪਿਤਾ ਵੀ ਗੁਰੂ ਸੀ, ਭਰਾ ਵੀ ਗੁਰੂ ਸੀ, ਗਾਂ ਭਤੀਜਾ ਵੀ ਗੁਰੂ ਸੀ। ਆਖੋ ਸਤਨਾਮ ਸ੍ਰੀ ਅਕਾਲ। ਫਿਰ ਇਹਦੇ ਪੁੱਤਰ ਸ਼ਹੀਦ ਹੋਏ। ਇਹਦਾ ਪਤੀ ਭਾਈ ਸਾਧੂ ਬ੍ਰਹਮ ਗਿਆਨੀ ਹੋਇਆ, ਉਹਨੇ ਬਾਣੀ ਵੀ ਰਚੀ ਹੈ, ਸਾਧੂ ਜਨ ਗੁਰ ਦਰਸ਼ਨ ਕੀਤਾ, ਧੋ ਚਰਨਾਮਤ ਗੁਰ ਦਾ ਪੀਤਾ। ਇੱਦਾਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਬੱਚੇ ਹੁੰਦੇ ਆ। ਬੀਬੀ ਬੀਰੋ ਵੱਡੇ ਭਾਗਾਂ ਵਾਲੀ ਹੈ। ਮਾਤਾ ਸੰਗ ਝੜੀ ਹਰਖਤ ਮਨ। ਬੀਬੀ ਬੀਰੋ ਆਪਣੇ ਮਾਤਾ ਦਮੋਦਰੀ ਜੀ ਦੇ ਨਾਲ ਹੀ ਰੱਥ ਤੇ ਬੈਠ ਗਈ ਹੈ। ਸ਼੍ਰੀ ਸਤਿਗੁਰ ਆਏ ਦਰਬਾਰ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਿਤੇ ਵੀ ਜਾਂਦੇ ਸੀ, ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅਰਦਾਸਾਂ ਕਰਕੇ ਜਾਂਦੇ ਸੀ। ਪਹਿਲਾਂ ਸਤਿਗੁਰੂ ਜੀ ਦਰਬਾਰ ਸਾਹਿਬ ਆਏ ਹਨ। ਕਰੀ ਪ੍ਰਦਛਨਾ ਬੰਧਨ ਧਾਰ। ਪ੍ਰਦਖਣਾ ਕੀਤੀਆਂ ਨੇ ਤੇ ਮੱਥਾ ਟੇਕਿਆ ਹੈ। ਸਗਰੇ ਸੰਗ ਵਹਿਰ ਤਬ ਆਏ। ਔਰ ਸਾਰੇ ਪਰਿਵਾਰ ਸਮੇਤ ਮੱਥਾ ਟੇਕਿਆ। ਸਾਰੇ ਬਾਹਰ ਆਏ ਹਨ ਤੇ ਫਿਰ ਹੱਥਾਂ ਤੇ, ਡੋਲਿਆਂ ਤੇ, ਗੜਬੈਲਾਂ ਤੇ, ਜਿੱਥੇ ਜਿੱਥੇ ਸਵਾਰੀ ਸੀ ਉੱਤੇ ਬਹਿ ਗਏ ਹਨ। ਚੜ ਖਾਸੇ ਪਰ ਗੁਰੂ ਸੁਹਾਏ। ਅੱਜ ਗੁਰੂ ਸਾਹਿਬ ਖਾਸੇ ਦੀ ਸਵਾਰੀ, ਪਾਲਕੀ ਦੀ ਸਵਾਰੀ ਕੀਤੀ ਹੈ। ਖਾਸੇ 'ਚ ਸਵਾਰ ਹੋਏ ਨੇ 6ਵੇਂ ਪਾਤਸ਼ਾਹ ਜੀ।
ਅਣੀ ਰਾਏ ਸੂਰਜ ਮਲ ਸੰਗ। ਆਪਣੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਨੂੰ ਵੀ ਨਾਲ ਲੈ ਲਿਆ ਹੈ। ਤੇਗ ਬਹਾਦਰ ਚੜੇ ਤੁਰੰਗ। ਬਾਬਾ ਤੇਗ ਬਹਾਦਰ ਜੀ ਘੋੜੇ ਦੀ ਸਵਾਰੀ ਕੀਤੀ। ਬਾਬਾ ਸੂਰਜਮਲ ਜੀ ਵੀ ਘੋੜੇ ਤੇ ਸਵਾਰ ਨੇ। ਬਾਬਾ ਅਣੀ ਰਾਏ ਜੀ ਵੀ ਘੋੜੇ ਤੇ ਸਵਾਰ ਨੇ। ਸਿਆੰਦਨ ਪਰ ਗੁਰਦਾਸ ਚੜਾਏ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਉਂਕਿ ਬਿਰਧ ਹੋ ਚੁੱਕੇ ਨੇ, ਵੱਡੀ ਉਮਰ ਦੇ ਨੇ, ਉਹਨਾਂ ਨੂੰ ਰੱਥ ਦੀ ਸਵਾਰੀ ਦਿੱਤੀ ਹੈ। ਅਪਰ ਚਲੇ ਸਭ ਹੈ ਹਰ ਖਾਏ। ਬਾਕੀ ਘੋੜ ਸਵਾਰ ਆਪਣੇ ਆਪਣੇ ਘੋੜਿਆਂ ਤੇ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਹੋਰ ਸੂਰਬੀਰ ਯੋਧੇ, ਮਹਾਰਾਜ ਦੀ ਫੌਜ ਦੇ ਸਿਪਾਹੀ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਤਰਨਤਾਰਨ ਸਾਹਿਬ ਨੂੰ ਚੱਲ ਪਏ ਹਨ। ਵੱਡੀ ਭੀੜ ਮਾਰਗ ਮਹਿ ਚਾਲੇ। ਸਾਧ ਸੰਗਤ ਜੀ, ਵੱਡੀ ਭਾਰੀ ਭੀੜ ਹੈ। ਸੰਗਤਾਂ ਜਕਾਰੇ ਬੁਲਾਉਂਦੀਆਂ, ਸ਼ਬਦ ਪੜ੍ਹਦੀਆਂ, ਨਗਾਰੇ ਵੱਜਦੇ, ਨਿਸ਼ਾਨ ਸਾਹਿਬ ਝੂਲਦੇ, ਵਾਹਿਗੁਰੂ ਦਾ ਸਿਮਰਨ ਕਰਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਵਾਲੀ ਸੜਕ ਤੇ ਜਾ ਰਹੇ ਹਨ। ਸਪਾਟ ਮਸੰਦ ਲੀਏ ਗਨ ਨਾਲੇ। ਮਹਾਰਾਜ ਜੀ ਨੇ ਆਪਣੀ ਫੌਜ ਦੇ ਸੂਰਬੀਰ ਯੋਧੇ ਵੀ ਨਾਲ ਲਏ ਹੋਏ ਹਨ ਔਰ ਗੁਰੂ ਘਰ ਦੇ ਮੁਖੀਏ ਮਸੰਦ ਵੀ ਨਾਲ ਹਨ। ਡੇਢ ਕ ਜਾਮ ਬਖੈ ਚੱਲ ਗਏ। ਡੇਢ ਕੁ ਪੈਰ ਦਾ ਸਫ਼ਰ ਹੈ ਪੈਦਲ, ਕਿਉਂਕਿ ਅੱਜ ਕੱਲ੍ਹ ਤਾਂ ਗੱਡੀਆਂ ਕਾਰਾਂ ਤਾਂ 20 ਕੁ ਮਿੰਟ ਲੱਗਦੇ ਆ। ਉਹਨਾਂ ਦਿਨਾਂ 'ਚ ਘੋੜੇ, ਰੱਥ, ਗੜਬਹਿਲਾਂ, ਪੈਦਲ ਇੱਦਾਂ ਜਾਂਦੇ ਸੀਗੇ। ਕੋਈ 4 ਕੁ ਘੰਟੇ ਕਹਿ ਲਓ ਵੀ ਆਰਾਮ ਦੇ ਨਾਲ ਉਹ ਪਿੰਡਾ ਤੈਅ ਕੀਤਾ ਹੈ। ਸ੍ਰੀ ਤਰਨਤਾਰਨ ਸਾਹਿਬ ਜਾ ਪਹੁੰਚੇ ਹਨ। ਤੀਰਥ ਦਰਸ ਬਿਲੋਕਤ ਪਹੇ। ਮਹਾਨ ਪਵਿੱਤਰ ਤੀਰਥ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਬਣਾਇਆ ਹੋਇਆ ਤਰਨਤਾਰਨ ਸਾਹਿਬ, ਉਹਦੇ ਦਰਸ਼ਨ ਕੀਤੇ ਹਨ। ਪੂਰਬ ਦੇਸ਼ ਕੋ ਕਰਿਓ ਨਿਵੇਸ਼। ਔਰ ਸਾਧ ਸੰਗਤ ਜੀ, ਸ੍ਰੀ ਤਰਨਤਾਰਨ ਸਾਹਿਬ ਜਿਹੜੀ ਪੂਰਬੀ ਬਾਹੀ ਹੈ, ਈਸਟ ਵਾਲਾ ਪਾਸਾ ਹੈ, ਉੱਥੇ ਮਹਾਰਾਜ ਨੇ ਆਪਣਾ ਪੜਾਅ ਕੀਤਾ। ਅੱਜ ਕੱਲ੍ਹ ਦੋਵੇਂ ਦਰਬਾਰ ਉੱਧਰ ਹੀ ਬਣੇ ਹੋਏ ਨੇ। 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਰੋਵਰ ਦੀ ਸਾਈਡ ਤੇ ਬਣਿਆ ਹੋਇਆ ਤੇ ਮੇਨ ਦਰਬਾਰ ਸਾਹਿਬ ਜਿਹੜਾ ਉਹ ਸਰੋਵਰ ਦੇ ਕਿਨਾਰੇ ਤੇ ਬਣਿਆ ਹੋਇਆ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਦੂਸਰਾ ਸਥਾਨ ਸ੍ਰੀ ਤਰਨਤਾਰਨ ਸਾਹਿਬ ਜੀ ਦਾ ਮਹਾਨ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਮਹਿਮਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਰੁਤਬਾ ਪੰਥ ਵਿੱਚ ਹੈ। ਦੂਸਰਾ ਸਥਾਨ ਮਹਾਰਾਜ ਦਾ ਦਰਬਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਮਹਾਨਤਾ ਹੈ। ਜਿਹੜੇ ਗੁਰੂ ਕੇ ਲਾਲ ਸ਼ਰਧਾ ਭਾਵਨਾ ਵਾਲੇ ਨੇ, ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰਾਂ ਪੰਜਾਂ ਦੇ ਇਸ਼ਨਾਨ ਕਰ ਲੈਂਦੇ ਆ, ਫਿਰ ਤਰਨਤਾਰਨ ਸਾਹਿਬ ਦੇ ਤੇ ਬੌਲੀ ਸਾਹਿਬ, ਗੋਇੰਦਵਾਲ ਸਾਹਿਬ ਦੇ ਇਸ਼ਨਾਨ ਵੀ ਜ਼ਰੂਰ ਕਰਦੇ ਆ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜੀ, ਆਨੰਦਪੁਰ ਸਾਹਿਬ ਜੀ, ਨਨਕਾਣਾ ਸਾਹਿਬ ਜੀ, ਇਹ ਪਾਵਨ ਪਵਿੱਤਰ ਸਥਾਨ ਗੁਰੂ ਪੰਥ ਦੇ ਸਤਿਕਾਰਯੋਗ ਹਨ। ਪਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਭ ਤੋਂ ਸ਼੍ਰੋਮਣੀ ਹੈ। ਦੂਜੇ ਨੰਬਰ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੱਲ ਕੇ ਮਹਾਰਾਜ ਤਰਨਤਾਰਨ ਸਾਹਿਬ ਪਹੁੰਚੇ ਤੇ ਪੂਰਬਲੀ ਬਾਹੀਂ ਤੇ ਪੜਾਅ ਕੀਤਾ ਹੈ। ਉਤਰਿਓ ਆਨ ਕੁਟੰਬ ਅਸ਼ੇਸ਼। ਸਾਰਾ ਪਰਿਵਾਰ ਵੀ ਆ ਗਿਆ। ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਔਰ ਨੌ ਬਰਾਣੀ ਜਿਹੜੀ ਆਈ ਹੈ ਮਾਤਾ ਖੇਮ ਕੌਰ ਜੀ, ਸਾਹਿਬਜ਼ਾਦੇ ਸਾਰੇ ਹੀ ਆ ਗਏ ਹਨ। ਖਾਨ ਪਾਨ ਆਛੇ ਕਰਵਾਏ। ਲਾਂਗਰੀ ਸਿੱਖਾਂ ਨੇ ਉਸੇ ਵੇਲੇ ਲੰਗਰ ਦੀਆਂ ਤਿਆਰੀਆਂ ਕਰ ਦਿੱਤੀਆਂ ਹਨ। ਵਧੀਆ ਲੰਗਰ ਤਿਆਰ ਹੋਇਆ, ਸਾਰਿਆਂ ਨੇ ਛਕਿਆ ਹੈ। ਕਰਤ ਬਿਲਾਸਨ ਦਿਓਸ ਬਿਤਾਏ। ਸਾਰਾ ਦਿਨ ਖੁਸ਼ੀ ਦੇ ਵਿੱਚ ਬੀਤਿਆ ਹੈ। ਤੀਰਥ ਸ਼੍ਰੀ ਅਰਜਨ ਜਿਮ ਕਰਿਓ। ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇਹ ਸਾਧ ਸੰਗਤ ਜੀ ਪਲਾਸੂਰ ਤੇ ਨਾਲ ਹੋਰ ਪਿੰਡਾਂ ਦੀ ਜ਼ਮੀਨ ਲੈ ਕੇ ਮਹਾਨ ਪਵਿੱਤਰ ਤੀਰਥ ਰਚਿਆ ਸੀ। 1,57,000 ਰੁਪਈਆ ਲੱਗਾ ਸੀ ਇਸ ਜ਼ਮੀਨ ਦੇ ਉੱਤੇ। ਤੇ ਫਿਰ ਸਤਿਗੁਰੂ ਜੀ ਨੇ ਨੀਹਾਂ ਸਰੋਵਰ ਦੀ ਖੁਦਾਈ ਕਰਾ ਕੇ ਪੱਕਾ ਕਰਾਉਣ ਦੀ ਜਦੋਂ ਸ਼ੁਰੂਆਤ ਕੀਤੀ ਸੀ, ਤੇ ਕਾਜ਼ੀ ਨੂਰਦੀਨ ਦਾ, ਉਹ ਇੱਥੋਂ ਦਾ ਜਿਹੜਾ ਕਾਜ਼ੀ ਸੀ, ਉਹਦਾ ਪੁੱਤਰ ਫਿਰ ਚੱਕ ਕੇ ਇੱਟਾਂ ਲੈ ਗਿਆ, ਨੂਰਦੀਨ ਦੀ ਸਰਾਂ ਨੂੰ ਲਾ ਲਈਆਂ ਸਨ। ਸਰੋਵਰ ਪੂਰਾ ਪੱਕਾ ਨਹੀਂ ਸੀ ਹੋਇਆ, ਇੱਕ ਪਾਸਿਓਂ ਪੱਕਾ ਹੋਇਆ ਸੀ, 3 ਪਾਸਿਓਂ ਕੱਚਾ ਹੀ ਸੀ। ਤੇ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨੂਰਦੀਨ ਦਾ ਪੁੱਤਰ ਇੱਟਾਂ ਜ਼ਬਰਦਸਤੀ ਲੈ ਗਿਆ ਚੁੱਕ ਕੇ, ਸਰੋਵਰ ਸਾਹਿਬ ਜੀ ਦੀ ਸੇਵਾ ਵਿੱਚੇ ਰਹਿ ਗਈ। ਸਤਿਗੁਰੂ ਕਹਿੰਦੇ ਇਹਨਾਂ ਦੀਆਂ ਨੀਹਾਂ ਪੱਟ ਦੇਗਾ ਮੇਰਾ ਖਾਲਸਾ, ਇਹ ਸਰੋਵਰ ਫਿਰ ਪੱਕਾ ਹੋ ਜਾਏਗਾ, ਇਹਨਾਂ ਦੀਆਂ ਨੀਹਾਂ ਪੱਟੀਆਂ ਜਾਣਗੀਆਂ ਹਿੰਦੁਸਤਾਨ 'ਚੋਂ।
ਇਹ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਹੋਏ। ਜਦੋਂ ਸਿੰਘਾਂ ਦੀਆਂ ਮਿਸਲਾਂ ਹੋਈਆਂ, ਖਾਲਸੇ ਨੇ ਸਾਧ ਸੰਗਤ ਜੀ ਧੂੜਾਂ ਉਡਾ ਦਿੱਤੀਆਂ। ਕਾਜੀ ਨੂਰਦੀਨ ਦੀ ਸਰਾਂ ਢਾਹ ਕੇ ਉਹੀ ਇੱਟਾਂ ਲਿਆ ਕੇ ਫਿਰ ਤਰਨਤਾਰਨ ਸਾਹਿਬ ਸਰੋਵਰ ਪੱਕਾ ਕੀਤਾ। ਸੋ ਪਹਿਲਾਂ ਉਦੋਂ ਕੱਚਾ ਸੀਗਾ। ਪਾਤਸ਼ਾਹ ਕਿਨਾਰੇ ਤੇ ਆ ਕੇ ਪੜਾਅ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹਾਂਜੀ, ਸਰਬ ਪ੍ਰਸੰਗ ਸੋ ਗੁਰੂ ਉਚਰਿਓ। ਮਹਾਰਾਜ ਨੇ ਸਾਰਾ ਇਤਿਹਾਸ ਸਿੱਖਾਂ ਨੂੰ ਸੁਣਾ। ਜਿੱਥੇ ਵੀ ਛੇਵੇਂ ਪਾਤਸ਼ਾਹ ਜਾਂਦੇ ਨੇ ਗੁਰਦੁਆਰਿਆਂ 'ਚ ਪਹਿਲਾਂ ਇਤਿਹਾਸ ਸੁਣਾਉਂਦੇ ਸੰਗਤਾਂ ਨੂੰ। ਅੱਜ ਕੱਲ੍ਹ ਸਾਡੇ ਇਤਿਹਾਸ ਦਾ ਪਤਾ ਨਹੀਂ। ਜਦੋਂ ਗੁਰਦੁਆਰੇ ਜਾਂਦੇ ਮੱਥਾ ਟੇਕਿਆ, ਲੰਗਰ ਪ੍ਰਸ਼ਾਦਾ ਛਕਿਆ, ਇਹ ਜ਼ਰੂਰ ਕਹਿਣਗੇ ਲੰਗਰ ਸਵਾਦ ਸੀ ਕਿ ਘੱਟ ਸਵਾਦ ਸੀਗਾ। ਬਸ ਇੰਨਾ ਕੁ ਧਿਆਨ ਹੁੰਦਾ। ਇਤਿਹਾਸ ਦਾ ਬੋਰਡ ਜਿਹੜਾ ਲਿਖਿਆ ਉਹ ਨਹੀਂ ਪੜ੍ਹਦੇ। ਜਿੰਨਾ ਚਿਰ ਇਤਿਹਾਸ ਨਹੀਂ ਪੜ੍ਹੋਗੇ ਤੁਹਾਨੂੰ ਸਾਧ ਸੰਗਤ ਜੀ ਸ਼ਰਧਾ ਹੀ ਨਹੀਂ ਪੈਦਾ ਹੋਣੀ। ਕਿਸੇ ਵੀ ਗੁਰੂ ਘਰ ਜਾਓ, ਪਹਿਲਾਂ ਮਰਜ਼ਾਦਾ ਇਹ ਸੀ ਵੀ ਗ੍ਰੰਥੀ ਸਿੰਘ ਉੱਥੋਂ ਦੇ ਜਿਹੜੇ ਮਹੰਤ ਹੁੰਦੇ ਸੀ ਉਹ ਕਥਾ ਸੁਣਾਉਂਦੇ ਹੁੰਦੇ ਸੀ ਵੀ ਇੱਥੇ ਮਹਾਰਾਜ ਨੇ ਇਹ ਕੌਤਕ ਕੀਤਾ, ਇੱਥੇ ਮਹਾਰਾਜ ਨੇ ਇਹ ਕੌਤਕ ਕੀਤਾ, ਇੱਥੇ ਇੰਨਾ ਸਮਾਂ ਰਹੇ। ਫਿਰ ਜਦੋਂ ਸਾਧ ਸੰਗਤ ਜੀ ਕਮੇਟੀਆਂ ਬਣ ਗਈਆਂ, ਸਿਸਟਮ ਹੀ ਦੂਜਾ ਹੋ ਗਿਆ ਸਾਰਾ ਅੰਗਰੇਜ਼ਾਂ ਵਾਲਾ, ਉਦੋਂ ਫਿਰ ਇਹ ਬੋਰਡ ਵਗੈਰਾ ਲਾਤੇ ਵੀ ਚਲੋ ਕੋਈ ਪੜ੍ਹ ਕੇ ਜਾਣ ਲਵੇ। ਉਹ ਪੜ੍ਹਨ ਦੀ ਖੇਚਲ ਸਾਡੇ ਕਰਦੇ ਕੋਈ ਨਹੀਂ, ਸੁਣਨ ਦੀ ਖੇਚਲ ਵੀ ਨਹੀਂ ਕਰਦੇ, ਪੜ੍ਹਨ ਦੀ ਵੀ ਕੋਈ ਨਹੀਂ ਕਰਦੇ। ਮੱਥਾ ਟੇਕ ਕੇ ਆ ਜਾਂਦੇ। ਪੁੱਛੀਏ ਵੀ ਕਿੱਥੇ ਗਏ ਸੀ? ਤਰਨਤਾਰਨ ਸਾਹਿਬ ਗਏ ਸੀ, ਨਹਾ ਕੇ ਆ ਗਏ, ਲੰਗਰ ਖਾ ਕੇ ਆ ਗਏ। ਨਹੀਂ, ਜਿੱਥੇ ਵੀ ਜਾਣਾ ਉੱਥੋਂ ਦਾ ਇਤਿਹਾਸ ਜ਼ਰੂਰ ਪੜ੍ਹੋ, ਤਾਂ ਹੀ ਪਤਾ ਲੱਗੇਗਾ ਵੀ ਮਹਾਰਾਜ ਇੱਥੇ ਕਿਉਂ ਆਏ, ਕਦੋਂ ਆਏ, ਕੀ ਕੌਤਕ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਆਪਣੀ ਰਸਨਾ ਤੋਂ ਪਾਵਨ ਪਵਿੱਤਰ ਸਥਾਨ ਤਰਨਤਾਰਨ ਸਾਹਿਬ ਦਾ ਇਤਿਹਾਸ ਸੁਣਾਇਆ। ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ। ਉਹ ਜਦੋਂ ਵੀ ਜਾਣਾ ਸਥਾਨ ਤੇ ਉਦੋਂ ਹੀ ਇਤਿਹਾਸ ਜ਼ਰੂਰ ਸੁਣਾਉਣਾ। ਕਈ ਵਾਰੀ ਅਸੀਂ ਬੱਚੇ ਸੀ ਕਹਿਣਾ ਬਾਬਾ ਜੀ 20 ਵਾਰੀ ਤੇ ਪਹਿਲਾਂ ਸੁਣਿਆ। ਉਹ ਕਹਿੰਦੇ ਭਾਵੇਂ 100 ਵਾਰੀ ਸੁਣਿਆ, ਸੁਣੀ ਜਾਓ ਗੁਰੂ ਦੀ ਗੱਲ। ਮਾੜੀ ਗੱਲ ਤੇ ਨਹੀਂ ਕੰਨਾਂ 'ਚ ਪੈ ਰਹੀ, ਗੁਰੂ ਦੀ ਗੱਲ ਪੈ ਰਹੀ ਹੈ ਨਾ। ਗੁਰੂ ਦੀ ਬਚਨ, ਗੁਰੂ ਦੀ ਗੱਲ, ਗੁਰੂ ਦਾ ਬਚਨ, ਗੁਰੂ ਦਾ ਇਤਿਹਾਸ ਸੁਣਨਾ ਚੰਗੀ ਗੱਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਨੂੰ, ਭਾਈ ਭਾਨਾ ਜੀ, ਭਾਈ ਗੁਰਦਾਸ ਜੀ ਨੂੰ, ਸਾਰਿਆਂ ਨੂੰ ਪਤਾ ਵੀ ਹੈ ਨਾਲੇ ਉਹਨਾਂ ਨੂੰ, ਫਿਰ ਉਹਨਾਂ ਨੂੰ ਇਤਿਹਾਸ ਸੁਣਾਇਆ ਹੈ। ਹਾਂਜੀ, ਭਾਨਾ ਆਦ ਸੁਨਤ ਹਰ ਖਾਏ। ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਪੁੱਤਰ ਸੁਣ ਕੇ ਬੜੇ ਖੁਸ਼ ਹੋਏ, ਕਿਉਂਕਿ ਉਹ ਲੋਕ ਸ਼ਰਧਾਲੂ ਸੀ, ਤਰਕਸ਼ੀਲ ਨਹੀਂ ਸੀ ਜਿਵੇਂ ਅੱਜ ਕੱਲ੍ਹ ਹਨ। ਉਹ ਕਹਿੰਦੇ ਲਓ ਮਹਾਰਾਜ ਸੁਣੀ ਹੋਈ ਗੱਲ ਹੋਰ ਸੁਣਾਓ ਕੋਈ। ਉਹ ਕਹਿੰਦੇ ਇਹਦੇ ਵਿੱਚ ਹੀ ਆਨੰਦ ਆ ਰਿਹਾ, ਗੁਰੂ ਦੀ ਗੱਲ ਹੈ ਨਾ। ਹੋਰ ਤੇ ਮਾਇਆ ਦੀ ਹੈ, ਸੰਸਾਰ ਦੀ ਝੂਠੀ, ਉਹ ਨਹੀਂ ਸੁਣਨੀ, ਗੁਰੂ ਦੀ ਗੱਲ ਸੁਣੀ। ਭਾਈ ਭਾਨਾ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਆ। 13ਵੀਂ 14 ਨਰ ਆਏ। 13ਵੀਂ ਤਿਥੀ ਲੰਘ ਗਈ, 14ਵੀਂ ਸੰਗਤਾਂ ਜੁੜਨ ਲੱਗ ਪਈਆਂ। 13ਵੀਂ ਵਾਲੇ ਦਿਨ ਮੇਲਾ ਸ਼ੁਰੂ ਹੋ ਜਾਂਦਾ, ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਹੁਣ ਤਾਂ ਉੱਥੇ। 14 ਵਾਲੇ ਦਿਨ ਮੱਧ ਹੁੰਦਾ ਤੇ ਮੱਸਿਆ ਨੂੰ ਭੋਗ ਪੈਂਦੇ ਆ। ਬੜੀਆਂ ਸੰਗਤਾਂ ਆਈਆਂ ਹਨ, ਤਰਹ ਅਕੋਰਨ ਬੰਧਨ ਠਾਨ। ਪੇਟਾ ਰੱਖ ਰੱਖ ਕੇ ਮੱਥਾ ਟੇਕਦੇ ਹਨ। ਉਤਰਹ ਤੀਰਥ ਤੀਰ ਇਸ਼ਨਾਨ। ਔਰ ਤਰਨਤਾਰਨ ਸਾਹਿਬ ਇਸ਼ਨਾਨ ਕਰਦੇ ਨੇ ਤੇ ਆਪਣੇ ਆਪਣੇ ਤੰਬੂ ਲਾ ਕੇ ਗੱਡੇ ਰੇੜੇ ਖੜੇ ਕਰ ਲੈਂਦੇ ਥਾਂ ਥਾਂ ਤੇ ਲੰਗਰ ਪੱਕਦੇ ਹਨ ਤੇ ਸੰਗਤਾਂ ਛਕਦੀਆਂ ਹਨ। ਦਿਵਸ ਅਮਸਿਆ ਮੱਜਨ ਠਾਨ। ਮੱਸਿਆ ਦਾ ਇਸ਼ਨਾਨ ਅੰਮ੍ਰਿਤ ਵੇਲੇ ਸ਼ੁਰੂ ਹੋ ਜਾਂਦਾ। ਅੰਮ੍ਰਿਤ ਵੇਲੇ 1-1:30 ਵਜੇ ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਗਮਨੇ ਸ਼੍ਰੀ ਅਰਜਨ ਕੇ ਥਾਨ। ਇਸ਼ਨਾਨ ਪਾਣੀ ਕਰਕੇ ਗੁਰੂ ਅਰਜਨ ਦੇਵ ਜੀ ਦਾ ਜੋ ਵੱਡਾ ਦਰਬਾਰ ਹੈ, ਉਦੋਂ ਤਾਂ ਇਹ ਸਾਧ ਸੰਗਤ ਜੀ ਥੜਾ ਹੀ ਹੁੰਦਾ ਸੀ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਗਏ, ਬਾਅਦ ਵਿੱਚ ਦਰਬਾਰ ਸਾਹਿਬ ਬਣਿਆ ਤਰਨਤਾਰਨ ਸਾਹਿਬ ਦਾ। ਖਾਲਸੇ ਦੇ ਰਾਜ ਵੇਲੇ ਮਹਾਰਾਜ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ, ਉਹਨਾਂ ਨੇ ਸੋਨੇ ਦੇ ਨਾਲ ਇਹਨਾਂ ਗੁਰਦੁਆਰਿਆਂ ਨੂੰ ਸ਼ਿੰਗਾਰਿਆ, ਬਹੁਤ ਸੁੰਦਰ ਬਣਾਏ, ਸੋਹਣੇ ਨਿਸ਼ਾਨ ਸਾਹਿਬ ਚਲਾਏ, ਸੰਗਤਾਂ ਦੀ ਰਿਹਾਇਸ਼ ਵਾਸਤੇ ਬੁੰਗੇ ਬਣਾਏ। ਖਾਲਸੇ ਦਾ ਤੇਜ ਪ੍ਰਤਾਪ ਸੀ, ਮਹਾਰਾਜ ਨੇ ਬਖਸ਼ਿਆ ਸੀਗਾ। ਪਹਿਲਾਂ ਗੁਰਦੁਆਰੇ ਸਾਹਿਬ ਜਿਹੜੇ ਸਨ ਉਹ ਨਿਸ਼ਾਨੀਆਂ ਹੀ ਸਨ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਥੜੇ ਤੇ ਦਰਬਾਰ ਜਾ ਕੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸਤਿਗੁਰ ਸਭਾ ਵਿਸਾਲ ਲਗਾਈ। ਉੱਥੇ ਦੀਵਾਨ ਲਾਇਆ ਛੇਵੇਂ ਪਾਤਸ਼ਾਹ ਨੇ। ਸੰਗਤ ਆਏ ਆਏ ਸਮੁਦਾਈ। ਸੰਗਤਾਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ। ਅਦਕ ਤੇ ਹਾਵਲ ਕੋ ਵਰਤਾਵੈ। ਕੜਾ ਪ੍ਰਸ਼ਾਦ ਦੀਆਂ ਦੇਗਾਂ ਬਹੁਤ ਵਰਤੀਆਂ।
ਬੇਅੰਤ ਦੇਗਾਂ ਕੜਾ ਪ੍ਰਸ਼ਾਦ ਦੀਆਂ ਵਰਤਾਰੇ ਵਰਤਾ ਰਹੇ ਨੇ। ਬਸਤਰ ਦਰਬ ਕੀ ਭੇਡ ਚੜਾਵਾ ਤੇ ਹੈ। ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਕੋਈ ਬਸਤਰ ਲਿਆ ਰਹੀਆਂ ਨੇ, ਕੋਈ ਮਾਇਆ ਲੈ ਕੇ ਆ ਰਹੀਆਂ ਨੇ, ਕੁਝ ਸੰਗਤਾਂ ਸ਼ਸਤਰ ਭੇਟਾ ਲੈ ਕੇ ਆਉਂਦੀਆਂ, ਕੋਈ ਮਹਾਰਾਜ ਦੇ ਵਾਸਤੇ ਘੋੜੇ ਭੇਟਾ ਲੈ ਕੇ ਆਉਂਦੀਆਂ ਨੇ। ਕਰਹਿ ਕਾਮਨਾ ਕੀ ਅਰਦਾਸ। ਔਰ ਜੋ ਜੋ ਮਨ ਦੀ ਕਾਮਨਾ ਹੁੰਦੀ ਉਹਦੀ ਅਰਦਾਸ ਕਰਦੇ, ਸਤਿਗੁਰੂ ਜੀ ਕਿਰਪਾ ਕਰੋ, ਸਾਡੀ ਭੇਟਾ ਪ੍ਰਵਾਨ ਕਰੋ, ਸਾਨੂੰ ਆਪਣੇ ਦਰੋਂ ਨਾਮ ਦੀ ਦਾਤ ਬਖਸ਼ੋ, ਕਿਰਪਾ ਕਰੋ ਅੰਮ੍ਰਿਤ ਵੇਲੇ ਦਾ ਜਾਗਣਾ, ਸਵਾਸ ਸਵਾਸ ਨਾਮ ਜਪਣਾ। ਇਹ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਪਾਪੀਆਂ ਨੂੰ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜੋ। ਇਹੋ ਜੀ ਪ੍ਰੇਮ ਭਿੱਜੀ ਅਰਦਾਸ ਗੁਰਸਿੱਖ ਪ੍ਰੇਮੀ ਕਰਦੇ। ਜਿਹੜੇ ਸਾਡੇ ਵਰਗੇ ਹਨ ਉਹ ਕਹਿੰਦੇ ਮਹਾਰਾਜ ਦੁੱਧ ਪੁੱਤ ਦਿਓ, ਮਹਾਰਾਜ ਉਹਨਾਂ ਦੀ ਵੀ ਪੂਰੀ ਕਰਦੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਵੀ ਕੋਈ ਮੰਗਦਾ ਗੁਰੂ ਮਹਾਰਾਜ ਝੋਲੀਆਂ ਭਰੀ ਜਾਂਦੇ ਆ। ਪਰ ਵਹ ਸ੍ਰੀ ਸਤਿਗੁਰ ਕੇ ਪਾਸ। ਸਤਿਗੁਰਾਂ ਕੋਲੋਂ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ, ਕਿਉਂਕਿ ਸਤਿਗੁਰੂ ਸਾਰਿਆਂ ਦੇ ਹੀ ਨੇ। ਸਾਧ ਸੰਗਤ ਜੀ ਆਪਨ ਬਾਪੈ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਕਈ ਅੱਜ ਕੱਲ੍ਹ ਗੁਰੂ ਤੇ ਕਬਜ਼ਾ ਕਰਨ ਲੱਗ ਪਏ। ਸਾਡਾ ਗੁਰੂ ਇਉਂ ਨਹੀਂ ਕਰ ਸਕਦਾ, ਸਾਡਾ ਗੁਰੂ ਇਉਂ ਨਹੀਂ ਕਰ ਸਕਦਾ। ਵੀ ਤੁਹਾਡਾ ਇਕੱਲਿਆਂ ਦਾ ਗੁਰੂ ਹੈ? ਗੁਰੂ ਸਾਰਿਆਂ ਦਾ, ਤੇ ਗੁਰੂ ਸਭ ਦੀ ਆਸਾ ਪੂਰੀ ਕਰਦਾ। ਗੁਰੂ ਕਿਸੇ ਦੇ ਪਿਓ ਦੀ ਪ੍ਰਾਪਰਟੀ ਨਹੀਂ। ਜੇ ਕੋਈ ਕਬਜ਼ਾ ਕਰੇ ਮੇਰਾ ਗੁਰੂ ਹੈ ਤੁਹਾਡਾ ਨਹੀਂ, ਨਾ ਆਪਨ ਬਾਪੈ ਨਾ ਹੀ ਕਿਸੇ ਕੋ। ਮਾਰੇ ਬਾਣੀ 'ਚ ਫੈਸਲਾ ਦੇ ਦਿੱਤਾ, ਆਪਣੇ ਪਿਓ ਦੀ ਪ੍ਰਾਪਰਟੀ ਨਾ ਸਮਝਿਆ ਜੇ। ਭਾਵਨ ਕੋ ਹਰ ਰਾਜਾ, ਭਾਵਨਾ ਤੇ ਸ਼ਰਧਾ ਦਾ ਉਹ ਭੁੱਖਾ ਹੈ। ਉਹ ਭੀਲਣੀ ਦੇ ਜੂਠੇ ਬੇਰ ਖਾ ਸਕਦਾ, ਉਹ ਲਾਲੋ ਦੇ ਕੋਧਰੇ ਦੀ ਰੋਟੀ ਵੀ ਖਾ ਸਕਦਾ। ਉਹ ਆਪਣੇ ਸਿੱਖਾਂ ਦੇ ਪਿਆਰ ਦਾ ਭੁੱਖਾ ਹੈ, ਤੇ ਸਭ ਦੀ ਭਾਵਨਾ ਪੂਰੀ ਕਰਦਾ ਹੈ। ਹਾਂਜੀ, ਸ਼੍ਰੀ ਹਰਿ ਗੋਬਿੰਦ ਗਿਰਾ ਬਖਾਨੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਦੇ ਵਿੱਚ ਬਚਨ ਕੀਤਾ ਹੈ। ਮਹਿਮਾ ਤੀਰਥ ਪੁੰਨ ਮਹਾਨੀ। ਸਾਧ ਸੰਗਤ ਜੀ, ਇਹ ਜਿਹੜੇ ਤਲਵਾਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਇਹਦਾ ਨਾਮ ਸ੍ਰੀ ਤਰਨਤਾਰਨ ਸਾਹਿਬ ਹੈ। ਇਹ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਣਾਇਆ। ਪੰਜਵੇਂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਭਵਸਾਗਰ ਤੋਂ ਤਾਰਨ ਲਈ। ਤਰਨਤਾਰਨ ਇਹਦਾ ਨਾਮ ਰੱਖਿਆ ਹੈ। ਤਰਨਤਾਰਨ ਸਾਹਿਬ ਦੇ ਇਸ਼ਨਾਨ ਦੀ ਬੜੀ ਮਹਿਮਾ ਹੈ। ਸਭਿਨ ਅਮਾਵਸ ਕਰਹਿ ਇਸ਼ਨਾਨ। ਜਿਹੜਾ 12 ਮੱਸਿਆ ਇਸ਼ਨਾਨ ਕਰ ਲਵੇ ਹਰ ਭਾਵਨਾ ਪੂਰੀ ਹੁੰਦੀ ਹੈ। ਸਾਧ ਸੰਗਤ ਜੀ, ਹਰ ਮੱਸਿਆ ਤੇ ਕੋਈ ਦਿੱਲੀ ਤੋਂ, ਕੋਈ ਆਗਰੇ ਤੋਂ, ਅਜੇ ਵੀ ਸੰਗਤਾਂ ਕੋਈ ਬੰਬੇ ਤੋਂ ਵੀ ਆਉਂਦੇ ਆ, ਕਈ ਸਿੰਘ, ਕਈ ਬਾਹਰਲੇ ਮੁਲਕਾਂ ਤੋਂ ਵੀ, ਜਿਨ੍ਹਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਹਰ ਮੱਸਿਆ ਦੇ ਇਸ਼ਨਾਨ ਕਰਨ ਪਹੁੰਚ ਜਾਂਦੇ। ਮਹਾਰਾਜ ਦਾ ਬਚਨ ਹੈ ਨਾ, ਜਿਹੜਾ 12 ਮੱਸਿਆ ਇਸ਼ਨਾਨ ਕਰ ਲਵੇ ਸਤ ਆਦਿਕ ਫਲ ਲਹਿ ਮਹਾਨ। ਜੇ ਪੁੱਤਰ ਨਹੀਂ ਹੁੰਦਾ, ਪੁੱਤਰ ਹੋਵੇਗਾ। ਜੇ ਦੁੱਧ ਦੀ ਕਮੀ ਹੈ ਘਰ ਵਿੱਚ, ਮਾਇਆ ਧਨ ਦੀ ਕਮੀ, ਉਹ ਪੂਰੀ ਹੋਵੇਗੀ। ਕਿਸੇ ਦਾ ਕੋਈ ਮੁਕੱਦਮਾ ਅੜਿਆ ਹੋਇਆ, ਉਹ ਫਤਿਹ ਹੋਵੇਗਾ। ਕੋਈ ਬਿਮਾਰ ਹੈ, ਰੋਗੀ ਹੈ, ਦੁਖੀ ਹੈ, ਉਹਦਾ ਰੋਗ ਕੱਟਿਆ ਜਾਏਗਾ। ਇਹ ਗੁਰੂ ਹਰਗੋਬਿੰਦ ਸਾਹਿਬ ਮਾਰੇ ਬਚਨ ਕਰ ਰਹੇ ਹੈ। ਹਾਂਜੀ, ਭਾਦਰੋਂ ਦਰਸ ਮਹਾਤਮ ਮਹਾ। ਭਾਦਰੋਂ ਦੀ ਮੱਸਿਆ ਦਾ ਬਹੁਤ ਵੱਡਾ ਮਹਾਤਮ ਹੈ। ਵੈਸੇ ਤਾਂ ਸਾਰੀਆਂ ਹੀ ਮੱਸਿਆ ਜਿਹੜੀਆਂ ਇਸ਼ਨਾਨ ਕਰਦੀ ਸੰਗਤ, ਪਰ ਭਾਦਰੋਂ ਦੀ ਮੱਸਿਆ ਦਾ ਤਾਂ ਕੋਈ ਅੰਤ ਨਹੀਂ। ਵੱਡਾ ਮੇਲਾ, ਸਾਲਾਨਾ ਜੋੜ ਮੇਲਾ ਭਾਦੋਂ ਦੀ ਮੱਸਿਆ ਦਾ ਹੁੰਦਾ ਹੈ। ਕਰਹਿ ਇਸ਼ਨਾਨ ਆਨ ਜੇ ਹਾਂ। ਮਹਾਰਾਜ ਕਹਿੰਦੇ ਜਿਹੜਾ ਭਾਦਰੋਂ ਦੀ ਮੱਸਿਆ ਤੇ ਆ ਕੇ ਇਸ਼ਨਾਨ ਕਰੇਗਾ, ਸੰਗਤਾਂ ਦੇ ਦਰਸ਼ਨ ਕਰੇਗਾ ਸ੍ਰੀ ਤਰਨਤਾਰਨ ਸਾਹਿਬ ਵਿਖੇ, ਅਗ ਔਗਨ ਕੋ ਕਰਹਿ ਬਿਨਾਸ਼। ਉਹਦੇ ਬੱਜਰ ਪਾਪ ਵੀ ਉਤਰ ਜਾਣਗੇ, ਸਾਰੇ ਅਗ ਔਗ ਖਤਮ ਹੋ ਜਾਣਗੇ, ਤਰ ਜਾਏਗਾ ਉਹ ਤਰਨਤਾਰਨ ਦੇ ਇਸ਼ਨਾਨ ਨਾਲ। ਹਾਂਜੀ, ਬਿਮਲ ਹੋਹਿ ਪਰ ਵਹ ਸਭ ਆਸ। ਮਨ ਵੀ ਨਿਰਮਲ ਹੋਵੇਗਾ, ਤਨ ਵੀ ਨਿਰਮਲ ਹੋਵੇਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਸਾਰੀਆਂ ਆਸਾਂ ਪੂਰੀਆਂ ਹੋਣਗੀਆਂ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਿਹਰਾਂ ਕਰਨਗੇ। ਦਿਵਸ ਆਜ ਕੇ ਪੂਰਨ ਮੇਲਾ। ਮਹਾਰਾਜ ਕਹਿੰਦੇ ਅੱਜ ਪੂਰਨ ਵੱਡਾ ਮੇਲਾ ਪੂਰਨ ਹੋਇਆ ਮੱਸਿਆ ਦਾ, ਭਾਦਰੋਂ ਦਾ। ਹਰ ਮੱਸਿਆ ਤੇ ਆਓ, ਇਸ਼ਨਾਨ ਕਰੋ, ਪਰ ਭਾਦਰੋਂ ਦੀ ਮੱਸਿਆ ਤੇ ਜ਼ਰੂਰ ਆਓ। ਹਾਂਜੀ, ਹੋਏ ਸਦਾ ਨਰ ਨਾਰ ਸਕੇਲਾ। ਇੱਥੇ ਸੰਗਤਾਂ ਬਹੁਤ ਜੁੜਿਆ ਕਰਨਗੀਆਂ।
ਲੱਖਾਂ ਸੰਗਤਾਂ ਭਾਦੋਂ ਦੀ ਸੰਗਰਾਂਦ ਤੇ ਇਸ਼ਨਾਨ ਕਰਦੀਆਂ ਸਾਧ ਸੰਗਤ ਜੀ, ਲੱਖਾਂ। ਹਾਂਜੀ, ਆਦ ਨਾ ਬਿਆਦ ਉਪਾਦ ਨਾ ਵਿਆਪੈ। ਮਹਾਰਾਜ ਕਹਿੰਦੇ ਨਾ ਕੋਈ ਆਦੀ, ਨਾ ਕੋਈ ਵਿਆਦੀ, ਨਾ ਕੋਈ ਉਪਾਦੀ, ਤਿੰਨੇ ਹੀ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੇ ਅਰਦਾਸ। ਗੁਰੂ ਅਰਜਨ ਦੇਵ ਜੀ ਤਿੰਨੇ ਹੀ ਤਾਪ ਦੂਰ ਕਰਨਗੇ। ਜੇ ਮਜਹ ਅਰ ਜਪ ਜੀ ਜਾਪੈ। ਜਿਹੜਾ ਇਸ਼ਨਾਨ ਕਰੇਗਾ ਔਰ ਸ੍ਰੀ ਜਪਜੀ ਸਾਹਿਬ ਦਾ ਘੱਟੋ ਘੱਟ ਇੱਕ ਪਾਠ ਜ਼ਰੂਰ ਕਰੇਗਾ। ਆਖੋ ਸ੍ਰੀ ਵਾਹਿਗੁਰੂ। ਇਸ਼ਨਾਨ ਕਰੋ ਨਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਬੌਲੀ ਸਾਹਿਬ, ਇੱਕ ਪਾਠ ਘੱਟੋ ਘੱਟ ਜਪਜੀ ਸਾਹਿਬ ਦਾ ਜ਼ਰੂਰ ਕਰਨਾ ਚਾਹੀਦਾ। ਮਨ ਬਿਰਤੀ ਜੋੜ ਕੇ ਵੱਧ ਤੋਂ ਵੱਧ ਬਾਣੀ ਪੜ੍ਹੋ, ਸਿਮਰਨ ਕਰੋ। ਉਹਦਾ ਫਿਰ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋ ਹੀ ਜਾਣਾ। ਜਿਹੜਾ ਇਸ਼ਨਾਨ ਕਰੇਗਾ, ਜਪਜੀ ਸਾਹਿਬ ਦਾ ਪਾਠ ਕਰੇਗਾ, ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਅਰਜਨ ਦੇਵ ਜੀ ਉਹਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨਗੇ। ਸੁਨ ਆਨੰਦ ਸਭ ਕੇ ਮਨ ਹੋਵਾ। ਸੁਣ ਕੇ ਤਰਨਤਾਰਨ ਸਾਹਿਬ ਦੀ ਮਹਿਮਾ, ਭਾਦਰੋਂ ਦੀ ਮੱਸਿਆ ਦਾ ਇਤਿਹਾਸ ਸੁਣ ਕੇ ਸਾਰੀਆਂ ਸੰਗਤਾਂ ਦਾ ਮਨ ਖੁਸ਼ ਹੋਇਆ ਹੈ। ਮਹਾ ਮਹਾਤਮ ਤੀਰਥ ਜੋਵਾ। ਤਰਨਤਾਰਨ ਸਾਹਿਬ ਦਾ ਬਹੁਤ ਵੱਡਾ ਮਹਾਤਮ ਇਹ ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ ਨੇ ਤੇ ਜੋੜ ਮੇਲੇ ਲਾ ਰਹੇ ਨੇ। ਅੱਜ ਵਾਲੇ ਸਾਧ ਸੰਗਤ ਜੀ ਜੋੜ ਮੇਲੇ ਹਟਾਉਣ ਤੇ ਲੱਗੇ ਹੋਏ ਨੇ। ਗੱਲ ਕਰਨ ਨੂੰ ਜੀ ਨਹੀਂ ਕਰਦਾ, ਪਰ ਜਦੋਂ ਰੋਜ਼ ਇਹੋ ਜਿਹੀਆਂ ਗੱਲਾਂ ਸ਼ੋਸ਼ੇ ਛੱਡਦੇ ਆ ਨਾ, ਫਿਰ ਮਨ ਦੁਖੀ ਹੁੰਦਾ ਵੀ ਅਸੀਂ ਕਿਹੜੇ ਪਾਸੇ ਪੰਥ ਨੂੰ ਲਿਜਾਣਾ ਚਾਹੁੰਦੇ ਆ, ਕੀ ਅਸੀਂ ਨਤੀਜਾ ਕੱਢਣਾ ਚਾਹੁੰਦੇ ਹਾਂ, ਕੀ ਦੇ ਰਹੇ ਹਾਂ ਉਹਦੇ ਬਦਲੇ 'ਚ ਅਸੀਂ ਸੰਗਤ ਨੂੰ। ਜੇ ਅਸੀਂ ਗੁਰੂ ਨਾਲੋਂ ਤੋੜ ਕੇ ਸਰੋਵਰਾਂ ਨਾਲੋਂ, ਗੁਰੂ ਸਾਹਿਬ ਦੇ ਤੀਰਥਾਂ ਨਾਲੋਂ ਤੇ ਸੰਗਤਾਂ ਨੂੰ ਕਿੱਥੇ ਜੋੜਾਂਗੇ। ਗੁਰੂ ਸਾਹਿਬ ਆਪ ਇਹ ਮੇਲੇ ਸ਼ੁਰੂ ਕੀਤੇ ਹੈ, ਆਪ ਸਰੋਵਰ ਬਣਾਏ ਹੈ ਤੇ ਸਤਿਗੁਰਾਂ ਨੇ ਉੱਥੇ ਸਾਰੀਆਂ ਜਾਤਾਂ, ਸਾਰੇ ਮਜ਼ਹਬਾਂ ਦੇ ਲੋਕਾਂ ਨੂੰ, ਕਿਉਂਕਿ ਜਿਹੜੇ ਹਿੰਦੂਆਂ ਦੇ ਤੀਰਥ ਸੀ ਨਾ, ਉਹ ਸਾਧ ਸੰਗਤ ਜੀ ਲੋਕਾਂ ਨੇ, ਉਹਨਾਂ ਨੇ ਉਹ ਉੱਥੇ ਦਾਨ ਪੁੰਨ ਜ਼ਬਰਦਸਤੀ ਲੈਣਾ ਸ਼ੁਰੂ ਕਰ ਦਿੱਤਾ। ਛੁਰੀ ਕੱਢ ਲਿਆਵੇ ਹੱਥ ਦਾਨਾ, ਤੇ ਨਾਮ ਬਾਣੀ ਦੀ ਥਾਂ ਤੇ ਹੋਰ ਫੋਕਟ ਕਰਮ ਕਾਂਡਾਂ 'ਚ ਪਾਤਾ। ਮਹਾਰਾਜ ਨੇ ਆਖਿਆ ਇੱਥੇ ਆ ਕੇ ਇਸ਼ਨਾਨ ਕਰੋ, ਨਾਲ ਜਪਜੀ ਸਾਹਿਬ ਪੜ੍ਹੋ, ਬਾਣੀ ਪੜ੍ਹੋ, ਨਾਮ ਜਪੋ। ਇਹ ਤੀਰਥਾਂ ਦੀ ਮਹਿਮਾ ਤਾਂ ਦ੍ਰਿੜ ਕਰਾਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਮੁਕਤਸਰ ਸਾਹਿਬ, ਆਨੰਦਪੁਰ ਸਾਹਿਬ, ਜਿੰਨੇ ਵੀ ਪਵਿੱਤਰ ਤੀਰਥ, ਹਜੂਰ ਸਾਹਿਬ, ਪਟਨਾ ਸਾਹਿਬ, ਹੋਰ ਗੁਰਦੁਆਰੇ ਗੁਰੂ ਕੇ। ਅਰਦਾਸੇ 'ਚ ਵੀ ਆਪਾਂ ਰੋਜ਼ ਜਿੱਥੇ ਪਹਿਲਾਂ ਗੁਰੂਆਂ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਫਿਰ ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ, ਗੁਰਧਾਮਾਂ ਦੇ ਸਰੋਵਰਾਂ, ਬੌਲੀਆਂ, ਗੁਰੂ ਸਾਹਿਬ ਦੇ ਜੋੜ ਮੇਲਿਆਂ ਦੇ, ਉਹਨਾਂ ਦੇ ਚਿੰਤਨ ਕਰਕੇ ਫਿਰ ਆਖਦੇ ਹਾਂ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਿਉਂ ਕਹਿੰਦੇ ਆ ਵੀ ਸਾਡੀ ਸੁਰਤੀ ਉੱਥੇ ਜਾਵੇ, ਸਾਡੀ ਸੁਰਤ ਪਵਿੱਤਰ ਹੁੰਦੀ ਹੈ। ਜੇ ਸੁਰਤ ਫਿਲਮਾਂ ਵੇਖਣ ਜਾਏਗੀ ਤੇ ਸੁਰਤ ਮੈਲੀ ਹੋਵੇਗੀ, ਜੇ ਸੁਰਤ ਵਿਸ਼ੇ ਵਿਕਾਰਾਂ ਵੱਲ ਜਾਏਗੀ ਮੈਲੀ ਹੋਵੇਗੀ, ਤੇ ਗੁਰੂ ਕੇ ਸਥਾਨਾਂ ਦੇ ਵੱਲ ਜਾਏਗੀ ਤੇ ਨਿਰਮਲ ਹੋਵੇਗੀ। ਇਸ ਕਰਕੇ ਮਹਾਰਾਜ ਸਾਹਿਬ ਜੀ ਮਹਿਮਾ ਦੱਸ ਰਹੇ ਹਨ ਸ੍ਰੀ ਤਰਨਤਾਰਨ ਸਾਹਿਬ ਦੀ। 3 ਦਿਵਸ ਸੰਗਤ ਰਹਿ ਪਾਸ। 3 ਦਿਨ ਮੇਲਾ ਭਰਿਆ, ਬਹੁਤ ਵੱਡਾ ਮੇਲਾ ਇੱਥੇ ਭਾਦਰੋਂ ਦੀ ਮੱਸਿਆ ਦਾ। ਕਰ ਕਰ ਬੰਧਨ ਗਏ ਆਵਾਸ। ਫਿਰ ਮੱਥਾ ਟੇਕ ਕੇ ਸੰਗਤਾਂ ਵਾਪਸ ਆਪਣੇ ਆਪਣੇ ਪਿੰਡਾਂ, ਨਗਰਾਂ, ਸ਼ਹਿਰਾਂ ਨੂੰ ਮੁੜ ਗਈਆਂ। ਤਿਸ ਦਿਨ ਸਤਿਗੁਰ ਕਰਿਓ ਮੁਕਾਮ। ਮਹਾਰਾਜ ਨੇ ਉਸ ਦਿਨ ਇੱਥੇ ਤਰਨਤਾਰਨ ਸਾਹਿਬ ਹੀ ਪੜਾਂ ਕੀਤਾ। ਬਚ ਗੁਰਦਾਸ ਭਨੇ ਅਬਿਰਾਮ। ਭਾਈ ਗੁਰਦਾਸ ਜੀ ਨੇ ਫਿਰ ਉਸ ਵੇਲੇ ਬੇਨਤੀ ਕੀਤੀ ਮਹਾਰਾਜ ਨੂੰ। ਦਵਾਦਸ਼ ਕੋਸਨ ਚੋਲਾ ਨਾਮ। ਸੱਚੇ ਪਾਤਸ਼ਾਹ ਜੀ, ਇਥੋਂ ਤਰਨਤਾਰਨ ਸਾਹਿਬ ਤੋਂ 12 ਕੋ ਇੱਕ ਹੋਰ ਮਹਾਨ ਤੀਰਥ ਹੈ, ਉਹ ਪੰਜਵੇਂ ਪਾਤਸ਼ਾਹ ਨੇ ਬਣਾਇਆ, ਉਹਦਾ ਨਾਮ ਚੋਲਾ ਸਾਹਿਬ ਹੈ। ਹਾਂਜੀ, ਸ਼੍ਰੀ ਅਰਜਨ ਥਲ ਹੈ ਤਿਸ ਗ੍ਰਾਮ। ਗੁਰੂ ਅਰਜਨ ਦੇਵ ਜੀ ਉੱਥੇ ਸਰਾਲੀ ਸਾਹਿਬ ਤੇ ਚੋਲਾ ਸਾਹਿਬ ਚਰਨ ਪਾਏ ਸੀ। ਉਹਨਾਂ ਨੇ ਉਹ ਪਵਿੱਤਰ ਤੀਰਥ ਕਾਇਮ ਕੀਤਾ। ਉੱਥੇ ਵੀ ਚੱਲੀਏ। ਚਲੋ ਤਹਾਂ ਦਰਸ਼ਨ ਕਰ ਲੀਜੈ। ਮਹਾਰਾਜ ਚਲੋ ਹੁਣ ਆਏ ਆ, ਤਰਨਤਾਰਨ ਤੇ ਆਏ ਆ, ਚੋਲਾ ਸਾਹਿਬ ਵੀ ਚੱਲ ਕੇ ਦਰਸ਼ਨ ਕਰ ਆਈਏ ਤੇ ਸਰਾਲੀ ਸਾਹਿਬ ਵੀ ਦਰਸ਼ਨ ਕਰ ਆਈਏ। ਨਰ ਨਾਰਨ ਕਿਰਤਾਰਤ ਕੀਜੈ। ਇਸਤਰੀ ਪੁਰਸ਼ ਸੰਗਤਾਂ ਉਸ ਇਲਾਕੇ ਦੀਆਂ ਬਹੁਤ ਪ੍ਰੇਮ ਕਰਦੀਆਂ, ਤੁਹਾਨੂੰ ਉਡੀਕਦੀਆਂ। ਮਹਾਰਾਜ ਜਦੋਂ ਦੇ ਪੰਜਵੇਂ ਪਾਤਸ਼ਾਹ ਜੀ ਗਏ, ਮੁੜ ਕੇ ਆਪ ਜੀ ਦੇ ਚਰਨ ਨਹੀਂ ਪਏ। ਹੁਣ ਆਪ ਜੀ ਚੱਲ ਕੇ ਚੋਲਾ ਸਾਹਿਬ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰੋ। ਸਨਮਾਨੀ ਸ਼੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਭਾਈ ਗੁਰਦਾਸ ਜੀ ਦਾ ਬਚਨ ਸੁਣ ਕੇ ਮੰਨਿਆ। ਚੜੇ ਪ੍ਰਾਤ ਸੰਗ ਸੈਨਾ ਬ੍ਰਿੰਦ। ਮੱਸਿਆ ਤੋਂ ਅਗਲੇ ਦਿਨ ਏਕਮ ਵਾਲੇ ਦਿਨ ਫੌਜਾਂ ਨੂੰ ਹੁਕਮ ਦਿੱਤਾ ਵੀ ਚਲੋ ਚੋਲਾ ਸਾਹਿਬ ਦੀ ਤਿਆਰੀ ਕਰੋ। ਸਣੇ ਪਰਿਵਾਰ ਮਹਾਰਾਜ ਜੀ ਚੋਲਾ ਸਾਹਿਬ ਤੇ ਸਰਾਲੀ ਸਾਹਿਬ ਦੇ ਦਰਸ਼ਨਾਂ ਨੂੰ ਜਾਣਗੇ। ਉਹ ਕਥਾ ਸਾਧ ਸੰਗਤ ਜੀ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਆ। ਆਓ ਹੁਣ